ਵੈਲਕਮ ਡੀਅਰ ਸਟੂਡੈਂਟ। ਬੇਟਾ ਆਪਾਂ ਲੈਸਨ 8 ਕਲਾਸ ਦਾ ਪੜਾਂਗੇ ਕੋਲ ਐਂਡ ਪੈਟਰੋਲੀਅਮ। ਬੱਚੋ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੋੜ ਪੈਂਦੀ ਹੈ। ਕੁਝ ਇਹ ਚੀਜ਼ਾਂ ਨੈਚੁਰਲ ਹੁੰਦੀਆਂ ਨੇ, ਕੁਝ ਹਿਊਮਨ ਬੀਇੰਗਸ ਦੀਆਂ ਬਣਾਈਆਂ ਹੋਈਆਂ ਨੇ, ਆਦਮੀ ਨੇ ਬਣਾਈਆਂ ਨੇ। ਕਿਹੜੀਆਂ-ਕਿਹੜੀਆਂ ਚੀਜ਼ਾਂ ਹੈ ਤੁਸੀਂ ਲਿਸਟ ਬਣਾ ਸਕਦੇ ਹੋ। ਨੈਚੁਰਲ ਕਿਹੜੀਆਂ ਨੇ, ਮੈਨ ਮੇਡ ਕਿਸ ਤਰ੍ਹਾਂ ਨੇ। ਜਿਸ ਤਰ੍ਹਾਂ ਸਾਨੂੰ ਪਲਾਂਟਸ ਹੈ, ਸਬਜ਼ੀਆਂ ਨੇ, ਇਹ ਕੀ ਹੈ? ਨੈਚੁਰਲ ਹੈ। ਸਨਲਾਈਟ ਸਾਨੂੰ ਕੀ ਮਿਲਦੀ ਹੈ? ਨੈਚੁਰਲ ਹੈ। ਮੈਨ ਮੇਡ ਕੀ ਹੈ? ਜਿਸ ਤਰ੍ਹਾਂ ਬੰਦੇ ਨੇ ਕਾਰ ਬਣਾਈ ਹੈ, ਇਹ ਆ ਗਿਆ ਮੈਨ ਮੇਡ। ਜਾਂ ਬੱਸ ਵਗੈਰਾ ਜਿਹੜੀਆਂ ਚੀਜ਼ਾਂ ਨੇ ਆਦਮੀ ਨੇ ਬਣਾਈਆਂ ਨੇ, ਇਹ ਹੈ ਮੈਨ ਮੇਡ। ਇੱਥੇ ਤੁਸੀਂ ਲਿਸਟ ਬਣਾ ਸਕਦੇ ਹੋ। ਕੁਝ ਇਹੋ ਜਿਹੀਆਂ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਏਅਰ, ਵਾਟਰ, ਸੋਇਲ ਤੇ ਮਿਨਰਲਸ, ਇਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਮਿਲਦੀਆਂ ਨੇ? ਨੇਚਰ ਤੋਂ ਮਿਲਦੀਆਂ ਨੇ, ਕੁਦਰਤ ਤੋਂ ਮਿਲਦੀਆਂ ਨੇ। ਇਸ ਕਰਕੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ? ਨੈਚੁਰਲ ਰਿਸੋਰਸਿਸ। ਸੋ ਨੈਚੁਰਲ ਰਿਸੋਰਸਿਸ ਕਿਹੜੇ ਨੇ? all the materials that are obtained from nature, they are known as natural resources। ਅਸੀਂ ਉਹਨਾਂ ਨੂੰ ਕੁਦਰਤੀ ਸਰੋਤ ਕਹਿੰਦੇ ਹਾਂ। ਸੋ ਕੁਦਰਤੀ ਸਰੋਤ ਬਟੇ ਨੈਚੁਰਲ ਰਿਸੋਰਸ ਦੋ ਤਰ੍ਹਾਂ ਦੇ ਨੇ। ਫਸਟ ਵਨ ਇਜ਼ ਇਨਐਗਜ਼ੌਸਟਿਬਲ ਨੈਚੁਰਲ ਰਿਸੋਰਸ। ਇਨਐਗਜ਼ੌਸਟਿਬਲ ਮਤਲਬ ਰੀਨਿਊਏਬਲ ਨੈਚੁਰਲ ਰਿਸੋਰਸ। ਅਸੀਂ ਇਹਨੂੰ ਇਹ ਵੀ ਕਹਿ ਸਕਦੇ ਹਾਂ। ਇਹ ਇੰਨੇ ਅਨਲਿਮਿਟਿਡ ਨੇ, ਬਹੁਤ ਕੁਆਂਟੀਟੀ ਦੇ ਵਿੱਚ ਪਏ ਨੇ, ਔਰ ਇਹ ਹਿਊਮਨ ਐਕਟੀਵਿਟੀਜ਼ ਦੇ ਦੁਆਰਾ ਖਤਮ ਨਹੀਂ ਹੋ ਸਕਦੇ, ਜਿਸ ਤਰ੍ਹਾਂ ਕਿ ਸਨਲਾਈਟ ਔਰ ਏਅਰ। ਸੋ ਇਹ ਇੰਪੋਰਟੈਂਟ ਕੁਐਸਚਨ ਹੈ। ਡੈਫੀਨੇਸ਼ਨਸ ਆ ਸਕਦੀਆਂ ਨੇ। ਨੈਚੁਰਲ ਰਿਸੋਰਸਿਸ ਕਿੰਨੀ ਤਰ੍ਹਾਂ ਦੇ ਨੇ? ਦੋ ਤਰ੍ਹਾਂ ਦੇ ਨੇ, ਇਨਐਗਜ਼ੌਸਟਿਬਲ ਔਰ ਐਗਜ਼ੌਸਟਿਬਲ। ਇਨਐਗਜ਼ੌਸਟਿਬਲ ਜਿਹੜੇ ਬਹੁਤ ਮਾਤਰਾ ਦੇ ਵਿੱਚ ਪਏ ਹਨ। ਐਗਜ਼ੌਸਟਿਬਲ ਰਿਸੋਰਸਿਸ ਇਹ ਨੈਚੁਰਲ ਰਿਸੋਰਸਿਸ ਨੇ, ਪਰ ਜਿਸ ਤਰ੍ਹਾਂ ਅਸੀਂ ਲਗਾਤਾਰ ਇਹਨਾਂ ਦਾ ਵਰਤੋਂ ਕਰਦੇ ਰਵਾਂਗੇ ਤੇ ਇਹ ਖਤਮ ਹੋ ਜਾਣਗੇ। The amount of these resources in nature is limited. For example, forest, wildlife, minerals, coal, petroleum, natural gas। ਅਗਰ ਅਸੀਂ ਫੋਰੈਸਟ ਦਾ ਧਿਆਨ ਨਾ ਰੱਖਿਆ, ਲਗਾਤਾਰ ਕੱਟੀ ਗਏ, ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸਾਨੂੰ ਕੋਲ, ਪੈਟਰੋਲੀਅਮ, ਨੈਚੁਰਲ ਗੈਸ ਹੈ, ਕਿਉਂਕਿ ਇਹਨਾਂ ਨੂੰ ਬਣਨ ਨੂੰ ਬਹੁਤ ਟਾਈਮ ਲੱਗਿਆ ਹੈ, ਤੇ ਖਤਮ ਹੋ ਜਾਣਗੇ। ਔਰ ਸਾਨੂੰ ਇਹਨਾਂ ਨੂੰ ਬੜੇ ਸੰਜਮ ਦੇ ਨਾਲ ਯੂਜ਼ ਕਰਨਾ ਚਾਹੀਦਾ ਹੈ। ਇਸ ਚੈਪਟਰ ਦੇ ਵਿੱਚ ਅਸੀਂ ਬੇਟਾ ਪੜਾਂਗੇ ਕਿ ਕੁਝ ਐਗਜ਼ੌਸਟਿਬਲ ਨੈਚੁਰਲ ਰਿਸੋਰਸਿਸ ਜਿਸ ਤਰ੍ਹਾਂ ਕਿ ਕੋਲ, ਪੈਟਰੋਲੀਅਮ ਤੇ ਨੈਚੁਰਲ ਗੈਸ ਬਾਰੇ ਪੜਾਂਗੇ। ਇਹ ਕਿੱਥੋਂ ਬਣਦੇ ਹਨ? they were formed from the dead remains of living organism, fossils। So these are known as the fossil fuels। fossil fuels ਕਿਸ ਤਰ੍ਹਾਂ ਬਣਦੇ ਹਨ, ਇਹਦੇ ਬਾਰੇ ਆਪਾਂ ਪੜਾਂਗੇ। ਤਕਰੀਬਨ ਬੇਟਾ ਸਾਲ ਪਹਿਲਾਂ ਧਰਤੀ ਦੇ ਵਿੱਚ ਬਹੁਤ ਸਾਰੇ ਜੰਗਲ ਸੀ, ਤੇ ਜਿਸ ਤਰ੍ਹਾਂ ਕੋਈ ਨਾ ਕੋਈ ਕਹਿ ਲੋ ਫਲੱਡਸ ਆ ਗਏ, ਤਾਂ ਇਹ ਜਿਹੜੇ ਜਦ ਭੂਚਾਲ ਆ ਗਏ, ਇਹ ਸਾਰੇ ਜਿਹੜੇ ਧਰਤੀ ਦੇ ਅੰਦਰ ਜਿਹੜੇ ਪੇੜ ਪੌਦੇ ਨੇ, ਇਹ ਲਗਾਤਾਰ ਦਬਦੇ ਗਏ ਤੇ ਇਹ ਜਿਸ ਤਰ੍ਹਾਂ ਕਿ ਹੀਟ ਵੱਧਦੀ ਗਈ, ਪ੍ਰੈਸ਼ਰ ਵੱਧਦਾ ਗਿਆ, ਤੇ ਇਹ ਸਾਰੇ ਕਿਹਦੇ ਚ ਕਨਵਰਟ ਹੋ ਗਏ? ਕੋਲ ਦੇ ਵਿੱਚ। ਸੋ ਪਹਿਲੇ ਨੂੰ ਪੀਟ ਦੇ ਵਿੱਚ, ਦੈਨ ਲਿਗਨਾਈਟ ਔਰ ਕੋਲੇ ਦੇ ਵਿੱਚ ਇਹਨਾਂ ਦੀ ਫਾਰਮੇਸ਼ਨ ਹੋ ਗਈ। ਜਿਸ ਤਰ੍ਹਾਂ ਫਿਰ ਇੱਕ ਵਾਰੀ ਤੁਸੀਂ ਦੇਖੋ ਕਿ ਇਹ ਪੇੜ ਵਗੈਰਾ ਜਦੋਂ ਦਬਦੇ ਗਏ, ਕੰਪਰੈਸਡ ਹੁੰਦੇ ਗਏ, ਪ੍ਰੈਸ਼ਰ ਵੱਧਦਾ ਗਿਆ, ਹੀਟ ਵੱਧਦੀ ਗਈ, ਔਰ ਕਿਹਦੇ ਚ ਫਾਰਮ ਹੋ ਗਏ? ਕੋਲ ਦੇ ਵਿੱਚ। ਟਾਈਮ ਪਾ ਕੇ ਕਿਹਦੇ ਚ ਫਾਰਮ ਹੋ ਗਏ? ਕੋਲ ਦੇ ਵਿੱਚ। ਸੋ ਇਹ ਜਿਹੜੇ ਪ੍ਰੋਡਕਟਸ ਨੇ, ਇਹਨਾਂ ਨੂੰ ਬਣਨ ਨੂੰ ਕਰੋੜਾਂ ਸਾਲ ਲੱਗ ਗਏ ਨੇ। ਸੋ ਅਗਰ ਅਸੀਂ ਇਹਨਾਂ ਨੂੰ ਲਗਾਤਾਰ ਜਲਦੀ ਖਤਮ ਕਰਦੇ ਰਵਾਂਗੇ ਤਾਂ ਇਹ ਸਾਨੂੰ ਨਹੀਂ ਮਿਲਣ। ਦੇਖੋ ਸਭ ਤੋਂ ਪਹਿਲਾਂ ਦਾ ਪੀਟ ਬਣਦਾ ਹੈ, ਦੈਨ ਲਿਗਨਾਈਟ, ਇਹ ਕੋਲੇ ਦੀਆਂ ਫਾਰਮ ਨੇ, ਫਿਰ ਸਬ ਬਿਟੂਮਿਨਸ ਔਰ ਬਿਟੂਮਿਨਸ, ਔਰ ਸਭ ਤੋਂ ਪਿਓਰੈਸਟ ਜਿਹੜੀ ਹੈ ਕੋਲੇ ਦੀ ਫਾਰਮ ਬਣ ਜਾਂਦੀ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ? ਐਂਥਰਾ। ਸੋ ਬੇਟਾ ਜੀ ਆਪਾਂ ਫਸਟ ਕੋਲ ਦੇ ਬਾਰੇ ਪੜਾਂਗੇ ਕਿ ਕੋਲ ਕੀ ਹੈ। ਕੋਇਲੇ ਬਾਰੇ ਤੁਸੀਂ ਦੇਖਿਆ ਹੋਏਗਾ, ਸੁਣਿਆ ਹੋਏਗਾ। ਕੋਲਾ ਜਿਹੜਾ ਹੈ ਬੇਟਾ ਇੱਕ ਹਾਰਡ ਸਟੋਨ ਹੈ, ਪੱਥਰ ਬਣ ਜਾਂਦਾ ਹੈ, ਔਰ ਇਹ ਕੀ ਹੈ? ਬਲੈਕ ਇਨ ਕਲਰ। ਸੋ ਕੋਲੇ ਨੂੰ ਆਪਾਂ ਕਿਹਦੇ ਚ ਯੂਜ਼ ਕਰਦੇ ਹਾਂ? ਕੁਕ ਫੋਰ ਫੂਡ ਨੂੰ ਪਕਾਉਣ ਵਾਸਤੇ, ਖਾਣਾ ਬਣਾਉਣ ਵਾਸਤੇ ਇਹਦਾ ਚੁੱਲ੍ਹਿਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਪਹਿਲੇ ਜਿਹੜੇ ਰੇਲਵੇ ਜਿਹੜੀਆਂ ਸੀਗੀਆਂ, ਟ੍ਰੇਨ ਸੀਗੀਆਂ, ਰੇਲਵੇ ਇੰਜਨ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀ। ਕਾਹਦੇ ਵਾਸਤੇ?
ਸਟੀਮ ਬਣਾਉਣ ਵਾਸਤੇ, ਜਿਹਦੇ ਨਾਲ ਸਾਡੀਆਂ ਟ੍ਰੇਨ ਚੱਲਦੀਆਂ ਸੀ। ਫਿਰ ਇਸ ਨੂੰ ਆਪਾਂ ਯੂਜ਼ ਹੋਰ ਕਿਤੇ ਕਰਦੇ ਹਾਂ, ਨੰਬਰ 3 ਥਰਮਲ ਪਾਵਰ ਪਲਾਂਟ ਦੇ ਵਿੱਚ। ਉਹਨਾਂ ਤੋਂ ਅਸੀਂ ਕੀ ਪ੍ਰੋਡਿਊਸ ਕਰਦੇ ਹਾਂ, ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਹਾਂ। ਥਰਮਲ ਪਾਵਰ ਪਲਾਂਟ ਦੇ ਵਿੱਚ ਪਾਣੀ ਨੂੰ ਬਹੁਤ ਜ਼ਿਆਦਾ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਸਟੀਮ ਚੱਲਦੀ ਹੈ, ਫਿਰ ਟਰਬਾਈਨ ਲਾ ਕੇ ਸਾਡੇ ਕੋਲੋਂ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਹੋਰ ਕੋਇਲੇ ਨੂੰ ਆਪਾਂ ਬਹੁਤ ਸਾਰੀਆਂ ਜਿਹੜੀਆਂ ਵੇਰੀਅਸ ਇੰਡਸਟਰੀਜ਼ ਹੈ ਤੋਂ ਯੂਜ਼ ਕੀਤਾ ਜਾਂਦਾ ਹੈ। ਕੋਇਲੇ ਬਾਰੇ ਮੈਂ ਤਾਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਕਿਸ ਤਰ੍ਹਾਂ ਇਹ ਕੋਇਲਾ ਬਣਿਆ। ਜਦੋਂ ਬੇਟਾ ਆਪਾਂ ਕੋਇਲੇ ਨੂੰ ਗਰਮ ਕਰਦੇ ਹਾਂ, ਜਦ ਕੋਇਲਾ ਜਦੋਂ ਚੱਲਦਾ ਹੈ ਤਾਂ ਕਿਹੜੀ ਗੈਸ ਬਣਾ ਦਿੰਦਾ ਹੈ, ਕਾਰਬਨ ਡਾਈਆਕਸਾਈਡ ਗੈਸ ਬਣਾ ਦਿੰਦਾ ਹੈ। ਕੋਇਲੇ ਤੋਂ ਜਿਹੜੇ ਆਪਾਂ ਇੰਡਸਟਰੀ ਵਿੱਚ ਯੂਜ਼ ਕਰਦੇ ਹਾਂ, ਅਸੀਂ ਬਹੁਤ ਸਾਰੇ ਪ੍ਰੋਡਕਟਸ ਜਿਵੇਂ ਕਿ ਕੋਕ, ਕੋਲ, ਟਾਰ ਤੇ ਕੋਲ ਗੈਸ ਬਣਾਉਂਦੇ ਹਾਂ। ਇਹਦੇ ਬਾਰੇ ਪੜਾਂਗੇ। ਕੋਕ ਕੀ ਹੁੰਦਾ ਹੈ? ਕੋਕ ਬੇਟਾ ਇੱਕ ਟਫ ਪੋਰਸ ਮਤਲਬ ਮੁਸਾਮਦਾਰ ਔਰ ਬਲੈਕ ਸਬਸਟੈਂਸ ਹੈ, ਔਰ ਇਹ ਸਭ ਤੋਂ ਪਿਓਰੈਸਟ ਫਾਰਮ ਕਾਰਬਨ ਦੀ ਹੈ। ਤੁਹਾਡੇ ਕੋਲ ਕੁਐਸਚਨ ਪੁੱਛਿਆ ਜਾ ਸਕਦਾ ਹੈ 1 ਮਾਰਕ ਦਾ, ਕਾਰਬਨ ਦੀ ਪਿਓਰ ਫਾਰਮ ਕਿਹੜੀ ਹੈ? ਤਾਂ ਇਹਦਾ ਆਨਸਰ ਕੀ ਹੈ? ਕੋਕ। ਔਰ ਅਸੀਂ ਇਹਨੂੰ ਕਿੱਥੇ ਯੂਜ਼ ਕਰਦੇ ਹਾਂ ਕੋਕ ਨੂੰ? ਅਸੀਂ ਇਹਨੂੰ ਸਟੀਲ ਦੇ ਵਿੱਚ, ਸਟੀਲ ਬਣਾਉਣ ਵਾਸਤੇ ਔਰ ਬਹੁਤ ਸਾਰੀਆਂ ਮੈਟਲ ਦੀ ਐਕਸਟ੍ਰੈਕਸ਼ਨ ਕਰਨ ਵਾਸਤੇ। ਮੈਟਲ ਦੀ ਐਕਸਟ੍ਰੈਕਸ਼ਨ ਮਤਲਬ ਜਿਹੜੀਆਂ ਸਾਨੂੰ ਧਰਤੀ ਦੇ ਵਿੱਚੋਂ ਧਾਤਾਂ ਮਿਲਦੀਆਂ ਨੇ ਬੇਟਾ, ਪਿਓਰ ਫਾਰਮ ਦੇ ਵਿੱਚ ਨਹੀਂ ਹੁੰਦੀਆਂ, ਇਹਨਾਂ ਨੂੰ ਸ਼ੁੱਧ ਕਰਨ ਵਾਸਤੇ ਆਪਾਂ ਕੋਕ ਦਾ ਇਸਤੇਮਾਲ ਕਰਦੇ ਹਾਂ, ਜਿਸ ਨੂੰ ਆਪਾਂ ਕੀ ਬੋਲਦੇ ਹਾਂ? ਐਕਸਟ੍ਰੈਕਸ਼ਨ। ਨੈਕਸਟ ਆ ਗਿਆ ਕੋਲ ਟਾਰ। ਕੋਲ ਟਾਰ ਕੀ ਹੈ? ਇੱਕ ਲਿਕੁਇਡ ਹੈ ਬਲੈਕ ਕਲਰ ਦਾ, ਗਾੜਾ ਲਿਕੁਇਡ ਹੈ, ਥਿਕ ਲਿਕੁਇਡ ਹੈ, ਔਰ ਉਹਦੀ ਜਿਹੜੀ ਸਮੈਲ ਹੈ ਉਹ ਵੀ ਵਧੀਆ ਨਹੀਂ ਹੁੰਦੀ। ਔਰ ਇਹਦੇ ਵਿੱਚ ਕਿੰਨੇ ਸਬਸਟੈਂਸਿਸ ਮਿਕਸ ਹੁੰਦੇ ਨੇ? 200 ਸਬਸਟੈਂਸਿਸ। ਔਰ ਜਿਹੜੇ ਪ੍ਰੋਡਕਟਸ ਓਬਟੇਨ ਹੁੰਦੇ ਨੇ ਸਾਡੇ ਕੋਲ ਕੋਲ ਟਾਰ ਤੋਂ ਬਾਅਦ, ਅਸੀਂ ਉਹਦਾ ਯੂਜ਼ ਆਪਣੀ ਲਾਈਫ ਦੇ ਵਿੱਚ ਔਰ ਇੰਡਸਟਰੀਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਸਿੰਥੈਟਿਕ ਡਾਈਜ਼ ਬਣਦੀਆਂ ਨੇ, ਡਰੱਗਸ ਬਣਦੀਆਂ ਨੇ, ਦਵਾਈਆਂ, ਐਕਸਪਲੋਸਿਵ, ਪਰਫਿਊਮਸ, ਪਲਾਸਟਿਕ, ਪੇਂਟ, ਫੋਟੋਗ੍ਰਾਫਿਕ ਮਟੀਰੀਅਲ, ਰੂਫਿੰਗ ਮਟੀਰੀਅਲ ਦੇ ਵਿੱਚ ਅਸੀਂ ਇਹਦਾ ਇਸਤੇਮਾਲ ਹੁੰਦਾ ਹੈ। ਨੈਪਥਲੀਨ ਬਾਲ ਵੀ ਜਿਹੜੇ ਆ ਅਸੀਂ ਯੂਜ਼ ਕਰਦੇ ਹਾਂ, ਜਿਹੜੇ ਆਪਾਂ ਘਰਾਂ ਦੇ ਵਿੱਚ ਕੋਈ ਕੀੜਾ ਨਾ ਲੱਗੇ, ਜਿਹੜੇ ਵਾਈਟ ਕਲਰ ਦੇ ਬਾਲਸ ਜਿਨ੍ਹਾਂ ਨੂੰ ਆਪਾਂ ਨੈਪਥਲੀਨ ਬਾਲਸ ਕਹਿੰਦੇ ਹਾਂ, ਉਹ ਵੀ ਸਾਨੂੰ ਕਿੱਥੋਂ ਮਿਲਦੇ ਹਨ? ਕੋਲ ਟਾਰ ਤੋਂ। ਅੱਜ ਕੱਲ੍ਹ ਇੱਕ ਬਿਟੂਮਿਨ ਜਿਹੜਾ ਹੈ ਪੈਟਰੋਲੀਅਮ ਪ੍ਰੋਡਕਟ ਹੈ, ਇਹਨਾਂ ਆਪਾਂ ਯੂਜ਼ ਕਰਦੇ ਹਾਂ ਰੋਡਸ ਬਣਾਉਣ ਲਈ, ਪੱਕੀਆਂ ਸੜਕਾਂ ਬਣਾਉਣ ਵਾਸਤੇ। ਜਿਹੜਾ ਬਲੈਕ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਕੀ ਹੈ? ਬਿਟੂਮਿਨ। ਨੈਕਸਟ ਆ ਗਿਆ ਕੋਲ ਗੈਸ। ਕੋਲ ਗੈਸ ਸਾਨੂੰ ਕਿੱਥੋਂ ਮਿਲਦੀ ਹੈ? ਕੋਲ ਤੋਂ। ਜਦੋਂ ਅਸੀਂ ਕੋਲੇ ਤੋਂ ਕੋਕ ਬਣਾਉਂਦੇ ਹਾਂ ਤਾਂ ਸਾਡੇ ਕੋਲ ਫਾਰਮ ਹੁੰਦੀ ਹੈ ਕੋਲ ਗੈਸ। ਕੋਲ ਗੈਸ ਦਾ ਇਸਤੇਮਾਲ ਸਭ ਤੋਂ ਪਹਿਲਾਂ 1810 ਦੇ ਵਿੱਚ ਲੰਡਨ ਦੇ ਵਿੱਚ ਲਾਈਟ ਗਲੀਆਂ ਦੇ ਵਿੱਚ ਜਾਂ ਸੜਕਾਂ ਉੱਤੇ ਰੋਸ਼ਨੀ ਕਰਨ ਵਾਸਤੇ ਇਹਦਾ ਉਪਯੋਗ ਕੀਤਾ ਜਾਂਦਾ ਸੀਗਾ। ਤੇ ਨਿਊਯਾਰਕ ਦੇ ਵਿੱਚ 1820 ਦੇ ਵਿੱਚ ਇਹਨੂੰ ਆਪਾਂ ਹੀਟ, ਜਿੱਥੇ ਸਾਨੂੰ ਗਰਮੀ ਦੀ ਲੋੜ ਹੁੰਦੀ ਹੈ, ਉੱਥੋਂ ਆਪਾਂ ਨੂੰ ਕੋਲ ਗੈਸ ਦਾ ਅਸੀਂ ਇਸਤੇਮਾਲ ਕਰਦੇ ਰਹੇ ਹਾਂ। ਸੋ ਕੋਲ ਤੋਂ ਆਪਾਂ ਜਿਹੜੀ ਸੋਲਿਡ, ਲਿਕੁਇਡ, ਗੈਸ, ਕੋਇਲੇ ਦੀਆਂ 3 ਫਾਰਮ ਨੇ। ਸੋਲਿਡ ਤੋਂ ਸਾਡਾ ਕੀ ਬਣਦਾ ਹੈ? ਕੋਕ। ਲਿਕੁਇਡ ਕੋਲ ਟਾਰ। ਗੈਸ ਤੋਂ ਕੀ ਬਣਦੀ ਹੈ? ਕੋਲ ਗੈਸ। ਕੋਕ ਦਾ ਆਪਾਂ ਇਸਤੇਮਾਲ ਕਿੱਥੇ ਕਰਦੇ ਹਾਂ? ਆਇਰਨ ਤੇ ਅਦਰ ਮੈਟਲਸ ਦੇ ਵਿੱਚ ਬਣਾਉਣ ਵਾਸਤੇ। ਮੈਂ ਜਿਵੇਂ ਦੱਸਿਆ ਕਿ ਐਕਸਟ੍ਰੈਕਸ਼ਨ ਜਿਹੜੀਆਂ ਨੇ ਮੈਟਲ ਦੀਆਂ, ਸ਼ੁੱਧੀਕਰਨ ਵਾਸਤੇ ਕੋਕ ਦਾ ਇਸਤੇਮਾਲ ਹੁੰਦਾ ਹੈ। ਤੇ ਕੋਲ ਟਾਰ ਦਾ ਇਸਤੇਮਾਲ ਡਾਈਜ਼ ਤੇ, ਡਰੱਗਸ ਤੇ, ਪਰਫਿਊਮ, ਔਰ ਕੋਲ ਗੈਸ ਦਾ ਜਿਹੜਾ ਇੰਡਸਟਰੀਜ਼ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਪੈਟਰੋਲੀਅਮ। ਪੈਟਰੋਲ ਜਿਹੜਾ ਬੱਚੋ ਆਪਾਂ ਮੋਟਰਸਾਈਕਲ ਜਾਂ ਸਕੂਟਰਾਂ ਦੇ ਵਿੱਚ ਇਸਤੇਮਾਲ ਕਰਦੇ ਹਾਂ, ਹੈਵੀ ਜਿੰਨੇ ਵਹੀਕਲਸ ਨੇ ਉਹਨਾਂ ਦੇ ਵਿੱਚ ਆਪਾਂ ਡੀਜ਼ਲ ਦਾ ਇਸਤੇਮਾਲ ਕਰਦੇ ਹਾਂ। ਸੋ ਪੈਟਰੋਲ ਤੇ ਡੀਜ਼ਲ ਕਿੱਥੋਂ ਸਾਨੂੰ ਮਿਲਦੇ ਨੇ? ਇੱਕ ਨੈਚੁਰਲ ਰਿਸੋਰਸ ਹੈ ਜਿਹਦਾ ਨਾਮ ਕੀ ਹੈ? ਪੈਟਰੋਲੀਅਮ। ਸੋ ਪੈਟਰੋਲ ਐਂਡ ਡੀਜ਼ਲ ਆਰ ਓਬਟੇਨ ਫਰੋਮ ਨੈਚੁਰਲ ਰਿਸੋਰਸ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ? ਪੈਟਰੋਲੀਅਮ। ਪੈਟਰੋਲੀਅਮ ਵਰਡ ਕਿੱਥੋਂ ਡਰਾਈਵ ਹੋਇਆ ਹੈ? ਪੈਟਰਾ ਦਾ ਮਤਲਬ ਹੈ ਰੋਕ, ਓਲੀਅਮ ਦਾ ਮਤਲਬ ਹੈ ਆਇਲ। ਜਿਹੜਾ ਤੇਲ ਸਾਨੂੰ ਰੋਕਸ ਤੋਂ ਮਿਲਦਾ ਹੈ, ਅਸੀਂ ਉਸਨੂੰ ਕੀ ਕਹਿੰਦੇ ਆ? ਪੈਟਰੋਲੀਅਮ। ਔਰ ਇਹ ਸਾਨੂੰ ਧਰਤੀ ਦੇ ਥੱਲਿਓਂ ਮਿਲਦਾ ਹੈ। ਤੇ ਪੈਟਰੋਲੀਅਮ ਕਿੱਦਾਂ ਫਾਰਮ ਹੋਇਆ?
ਇਹ ਪੈਟਰੋਲੀਅਮ ਵਿੱਚੋਂ ਸਮੁੰਦਰ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਹੈ ਮਰ ਜਾਂਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਡੈਡ ਬੋਡੀਜ਼ ਹੈ ਸੀ ਦੇ ਤਲ ਤੇ, ਸਮੁੰਦਰ ਦੇ ਤਲ ਤੇ ਬਹਿ ਜਾਂਦੀਆਂ ਨੇ। ਫਿਰ ਉਹਨਾਂ ਤੇ ਕਾਫੀ ਸਾਲ ਮਿੱਟੀ ਜਿਹੜੀ ਹੈ ਜੰਮਦੀ ਰਹਿੰਦੀ ਹੈ। ਫਿਰ ਬਹੁਤ ਸਾਲਾਂ ਬਾਅਦ ਉੱਥੇ ਹਵਾ ਦੇ ਹੋਣ ਦੇ ਵਿੱਚ, ਹਾਈ ਟੈਂਪਰੇਚਰ ਤੇ ਹਾਈ ਪ੍ਰੈਸ਼ਰ ਹੋਣ ਦੇ ਵਿੱਚ, ਤੇ ਇਹ ਜਿਹੜੇ ਟਰਾਂਸਫਾਰਮ ਜਿਹੜੇ ਨੇ ਡੈਡ ਆਰਗੇਨਿਜ਼ਮ ਕਿਹਦੇ ਚ ਕਨਵਰਟ ਹੋ ਜਾਂਦੇ ਨੇ, ਪੈਟਰੋਲੀਅਮ ਔਰ ਨੈਚੁਰਲ ਗੈਸ ਦੇ ਵਿੱਚ। ਇਸ ਤਰ੍ਹਾਂ ਆਪਾਂ ਸਮੁੰਦਰ ਦੇ ਤਲ ਦੇ ਵਿੱਚ ਅਗਰ ਅਸੀਂ ਕਿੱਦਾਂ ਤੇਲ ਜਾਂ ਗੈਸ ਨਿਕਾਲੀ ਜਾਂਦੀ ਹੈ, ਕਿਉਂਕਿ ਗੈਸ ਹਲਕੀ ਹੈ, ਆਇਲ ਜਿਹੜਾ ਹੈ ਵਾਟਰ ਤੋਂ ਹਲਕਾ ਹੈ, ਉੱਪਰ ਆ ਜਾਂਦਾ ਹੈ। ਇਹ ਜਿਹੜੇ ਰੈਜ਼ਰਵਾਇਰ ਰੂਪ ਦੇ ਵਿੱਚ ਫਿਰ ਆਪਾਂ ਸਮੁੰਦਰ ਦੇ ਵਿੱਚ ਪਾਈਪਾਂ ਕੱਢ ਕੇ ਜਿਹੜੀ ਗੈਸ ਹੈ ਆਪਾਂ ਇਕੱਠੀ ਕਰ ਲੈਂਦੇ ਹਾਂ। ਫਿਰ ਆਇਲ ਜਿਹੜਾ ਹੈ ਉਹ ਨਿਕਲ ਜਾਂਦਾ ਹੈ, ਪੈਟਰੋਲੀਅਮ ਜਿਸ ਨੂੰ ਕਹਿੰਦੇ ਹਾਂ। ਇਸ ਤਰ੍ਹਾਂ ਸਾਨੂੰ ਜਿਹੜਾ ਹੈ ਪੈਟਰੋਲੀਅਮ ਹੈ ਪ੍ਰਾਪਤ ਹੁੰਦਾ ਹੈ। ਸੋ ਆਇਲ ਜਿਹੜਾ ਹੈ ਉਹ ਹਲਕਾ ਹੁੰਦਾ ਹੈ ਪਾਣੀ ਤੋਂ, ਤੇ ਆਇਲ ਤੇ ਗੈਸ ਜਿਹੜੇ ਨੇ ਇਹ ਪਾਣੀ ਤੋਂ ਹਲਕੇ ਨੇ, ਇਸ ਕਰਕੇ ਮਿਕਸ ਨਹੀਂ ਹੁੰਦੇ ਤੇ ਪ੍ਰੈਸ਼ਰ ਦੇ ਨਾਲ ਜਾਂ ਹੀਟ ਦੇ ਨਾਲ ਜਿਹੜੀ ਡੈਡ ਆਰਗੇਨਿਜ਼ਮ ਹੈ ਉਹ ਕਿਹਦੇ ਚ ਕਨਵਰਟ ਹੋ ਜਾਂਦੇ ਨੇ, ਆਇਲ ਤੇ ਗੈਸ ਤੋਂ, ਤੇ ਇਸ ਤਰ੍ਹਾਂ ਕੱਢ ਲਿੱਤੇ ਜਾਂਦੇ ਨੇ। ਵਰਲਡ ਦੀ ਪਹਿਲੀ ਜਿਹੜੀ ਆਇਲ ਜਿਹੜੀ ਹੈ ਆਪਾਂ ਡਰਿਲ ਕੀਤੀ ਸੀ ਪੈਨਿਸਵੈਲੀਆ ਦੇ ਵਿੱਚ, USA ਦੇ ਵਿੱਚ 1859 ਦੇ ਵਿੱਚ, 1859 ਦੇ ਵਿੱਚ, ਔਰ ਮਕੁਮ ਇਨ ਅਸਾਮ ਦੇ ਵਿੱਚ ਕੱਢਿਆ ਜਾਂਦਾ ਹੈ। ਔਰ ਇੰਡੀਆ ਦੇ ਵਿੱਚ ਆਇਲ ਕਿੱਥੇ ਕਿੱਥੇ ਸਾਨੂੰ ਮਿਲਦਾ ਹੈ ਬੇਟਾ, 1 ਮਾਰਕ ਦਾ ਕੁਐਸਚਨ ਆ ਜਾਂਦਾ ਹੈ। ਅਸਮ, ਗੁਜਰਾਤ, ਮੁੰਬਈ ਹਾਈ ਐਂਡ ਇਨ ਦਾ ਰਿਵਰ ਬੇਸਿਨ ਆਫ ਗੋਦਾਵਰੀ ਐਂਡ ਕ੍ਰਿਸ਼ਨਾ। ਹੁਣ ਰਿਫਾਈਨਿੰਗ ਆਫ ਪੈਟਰੋਲੀਅਮ ਦਾ ਕੀ ਮਤਲਬ ਹੈ ਬੇਟਾ, ਜਿਹੜਾ ਪੈਟਰੋਲੀਅਮ ਸਾਨੂੰ ਮਿਲਦਾ ਹੈ ਬਹੁਤ ਡਾਰਕ ਕਲਰ ਦਾ ਲਿਕੁਇਡ ਹੁੰਦਾ ਹੈ ਔਰ ਇਹਦੇ ਚ ਇਹਦੀ ਅਨਪਲੇਜ਼ੈਂਟ ਸਮੈਲ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਮਿਕਸ ਹੁੰਦੀਆਂ ਨੇ, ਗੈਸ ਵੀ ਮਿਕਸ ਹੈ, ਪੈਟਰੋਲ, ਡੀਜ਼ਲ, ਲਿਊਬਰੀਕੇਟਿੰਗ ਆਇਲ, ਪੈਰਾਫਿਨ, ਵੈਕਸ ਐਟਸੈਟਰਾ। ਇਸ ਜਿਹੜੇ ਪ੍ਰੋਸੈਸ ਨੂੰ ਅਲੱਗ ਕਰਨ ਲਈ ਇੱਕ ਫੈਕਟਰੀ ਬਣਾਈ ਜਾਂਦੀ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਆ, ਪੈਟਰੋਲੀਅਮ ਰਿਫਾਈਨਰੀ। ਔਰ ਇਸ ਨੂੰ ਆਪਣੇ ਤੋਂ ਪੈਟਰੋਲ, ਡੀਜ਼ਲ, ਤੀਸਰਾ ਕੱਢਣ ਨੂੰ ਆਪਾਂ ਕੀ ਕਹਿੰਦੇ ਆ, ਰਿਫਾਈਨਿੰਗ। ਔਰ ਇਹ ਕਿੱਥੇ ਹੁੰਦੀ ਹੈ, ਪੈਟਰੋਲੀਅਮ ਰਿਫਾਈਨਰੀ ਉਸਨੂੰ ਬੋਲਿਆ ਜਾਂਦਾ ਹੈ। ਬਹੁਤ ਸਾਰੇ ਸਬਸਟੈਂਸ ਜਿਹੜੇ ਨੇ ਪੈਟਰੋਲੀਅਮ ਤੇ ਨੈਚੁਰਲ ਗੈਸ ਮਿਲਦੇ ਨੇ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਪੈਟਰੋਕੈਮੀਕਲਸ। ਔਰ ਇਹਨਾਂ ਦਾ ਇਸਤੇਮਾਲ ਆਪਾਂ ਕਿੱਥੇ ਕਰਦੇ ਆ, ਡਿਟਰਜੈਂਟ ਦੇ ਵਿੱਚ, ਫਾਈਬਰ ਦੇ ਵਿੱਚ, ਰੇਸ਼ੇ ਕੱਪੜਾ ਜਿਹੜਾ ਬਣਦਾ ਹੈ, ਪੋਲੀਐਸਟਰ, ਨਾਇਲਨ, ਐਕ੍ਰੈਲਿਕ, ਪੋਲੀਥੀਨ ਐਂਡ ਅਦਰ ਮੈਨ-ਮੇਡ ਪਲਾਸਟਿਕਸ ਨੇ। ਹਾਈਡਰੋਜਨ ਗੈਸ ਜਿਹੜੀ ਆ ਉਹ ਵੀ ਨੈਚੁਰਲ ਗੈਸ ਤੋਂ ਹੀ ਬਣਦੀ ਹੈ ਔਰ ਅਸੀਂ ਇਹਨਾਂ ਨੂੰ ਫਰਟੀਲਾਈਜ਼ਰ ਯਾਨੀ ਕਿ ਯੂਰੀਆ ਦੇ ਵਿੱਚ ਇਹਦਾ ਇਸਤੇਮਾਲ ਕਰਦੇ ਹਾਂ। ਕੋਇਲੇ ਦਾ ਇੰਨਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਜਿਸ ਕਰਕੇ ਇਸ ਨੂੰ ਬਲੈਕ ਗੋਲਡ ਵੀ ਕਿਹਾ ਜਾਂਦਾ ਹੈ, ਕਾਲਾ ਸੋਨਾ ਵੀ ਕਿਹਾ ਜਾਂਦਾ ਹੈ ਇਸ ਨੂੰ, ਕਿਉਂਕਿ ਅਸੀਂ ਇਹਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ। ਇਸ ਨੂੰ ਆਪਾਂ ਕਿਸ ਤਰ੍ਹਾਂ ਰਿਫਾਈਨ ਕਰਦੇ ਹਾਂ, ਦੇਖੋ ਜਿਹੜਾ ਕਿ ਆਪਾਂ ਸਮੁੰਦਰ ਦੇ ਤਲ ਤੋਂ ਗੈਸ ਜਾਂ ਪੈਟਰੋਲੀਅਮ ਨਿਕਾਲਦੇ ਹਾਂ, ਇਸ ਨੂੰ ਅਸੀਂ ਇੱਕ ਵੱਡੇ ਕੰਟੇਨਰ ਦੇ ਵਿੱਚ ਗਰਮ ਕਰਦੇ ਹਾਂ ਤਾਂ ਅਲੱਗ-ਅਲੱਗ ਟੈਂਪਰੇਚਰ ਤੇ ਸਾਰੀਆਂ ਜਿਹੜੀਆਂ ਗੈਸਾਂ ਜਾਂ ਲਿਕੁਇਡ ਨਿਕਲ ਜਾਂਦੇ ਨੇ। ਜਿਸ ਤਰ੍ਹਾਂ ਕਿ ਪੈਟਰੋਲੀਅਮ ਗੈਸ ਨਿਕਲੀ ਅਸੀਂ ਘਰਾਂ ਦੇ ਵਿੱਚ, ਜਾਂ CNG ਜਿਹੜੀ ਹੈ ਅਸੀਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਜਿਹੜਾ ਪੈਟਰੋਲ ਨਿਕਲਦਾ ਅਸੀਂ ਕਾਰ ਦੇ ਵਿੱਚ, ਕੈਰੋਸੀਨ ਇਹਦੇ ਚ ਨਿਕਲਦਾ ਹੈ। ਫਿਰ ਇਸੇ ਤਰੀਕੇ ਨਾਲ ਡੀਜ਼ਲ ਆਇਲ ਜਿਹੜਾ ਕਿ ਆਪਾਂ ਬੱਸਾਂ ਦੇ ਵਿੱਚ ਯੂਜ਼ ਕਰਦੇ ਹਾਂ, ਲਿਊਬਰੀਕੈਂਟ ਆਇਲ ਜਿਹੜੇ ਗਾੜੇ ਲਿਕੁਇਡ ਨੇ ਜਾਂ ਵੈਕਸ ਨੇ ਉਹ ਸਾਨੂੰ ਮਿਲਦੇ ਨੇ। ਔਰ ਉਸ ਤੋਂ ਬਾਅਦ ਸਾਨੂੰ ਫਿਊਲ ਆਇਲ ਜਾਂ ਬਿਟੂਮਨ ਜਿਹੜਾ ਹੈ ਇਹ ਵੀ ਸਾਨੂੰ ਕਿੱਥੋਂ ਮਿਲਦਾ ਹੈ, ਪੈਟਰੋਲੀਅਮ ਤੋਂ ਮਿਲਦਾ ਹੈ। ਨੈਚੁਰਲ ਗੈਸ ਇੱਕ ਬਹੁਤ ਇੰਪੋਰਟੈਂਟ ਫੋਸਿਲ ਫਿਊਲ ਹੈ ਕਿਉਂਕਿ ਇਹਨਾਂ ਨੂੰ ਆਪਾਂ ਟਰਾਂਸਪੋਰਟ ਕਰ ਸਕਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ। ਅਸੀਂ ਪਾਈਪਾਂ ਦਾ ਇਸਤੇਮਾਲ ਕਰ ਸਕਦੇ ਹਾਂ ਔਰ ਅਸੀਂ ਇਹਨੂੰ ਅੰਡਰ ਹਾਈ ਪ੍ਰੈਸ਼ਰ ਕੰਪਰੈਸਡ ਨੈਚੁਰਲ ਗੈਸ ਵੀ ਕਹਿੰਦੇ ਹਾਂ, CNG। ਇਹ ਵੀ 1 ਮਾਰਕ ਦਾ ਕੁਐਸਚਨ ਆ ਜਾਂਦਾ ਕਿ CNG ਦਾ ਫੁੱਲ ਫਾਰਮ ਕੀ ਹੈ, ਕੰਪਰੈਸਡ ਨੈਚੁਰਲ ਗੈਸ। ਇਸ ਨੂੰ ਅਸੀਂ ਪਾਵਰ ਜਨਰੇਸ਼ਨ ਵਾਸਤੇ ਵੀ ਇਸਤੇਮਾਲ ਕਰਦੇ ਹਾਂ। ਨੈਕਸਟ ਇਹ ਜਿਹੜੇ ਆਪਣੇ ਇਹ ਤੁਸੀਂ ਕੰਸਟੀਟਿਊਐਂਟ ਆਫ ਪੈਟਰੋਲੀਅਮ ਦੇ ਦੇਖ ਰਹੇ ਹੋ। ਪੈਟਰੋਲੀਅਮ
LPG ਦਾ ਇਹ ਵੀ 1 ਮਾਰਕ ਕੁਐਸਚਨ ਆ ਜਾਂਦਾ। LPG ਦਾ ਪੂਰਾ ਨਾਮ ਕੀ ਹੈ? ਲਿਕੁਇਫਾਈਡ ਪੈਟਰੋਲੀਅਮ ਗੈਸ। ਅਸੀਂ ਇਹਨਾਂ ਨੂੰ ਘਰਾਂ ਦੇ ਵਿੱਚ, ਇੰਡਸਟਰੀ ਵਿੱਚ ਯੂਜ਼ ਕਰ ਸਕਦੇ ਹਾਂ। ਪੈਟਰੋਲ ਨੂੰ ਆਪਾਂ ਮੋਟਰ ਫਿਊਲ ਕਾਰਾਂ ਦੇ ਵਿੱਚ ਜਾਂ ਐਵੀਏਸ਼ਨ ਫਿਊਲ ਜਾਂ ਡਰਾਈ ਕਲੀਨਿੰਗ ਵਾਸਤੇ ਇਸਤੇਮਾਲ ਕਰਦੇ ਹਾਂ। ਕੈਰੋਸੀਨ ਲਈ ਆਪਾਂ ਸਟੋਵਸ, ਲੈਂਪਸ ਜਾਂ ਜੈਟ ਏਅਰਕ੍ਰਾਫਟ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਨੈਕਸਟ ਹੈ ਡੀਜ਼ਲ। ਡੀਜ਼ਲ ਦਾ ਅਸੀਂ ਇਸਤੇਮਾਲ ਮੋਟਰ ਵਹੀਕਲਸ ਜਿਹੜੇ ਹੈਵੀ ਨੇ, ਜਿਸ ਤਰ੍ਹਾਂ ਕਿ ਬੱਸਿਸ ਹੈ, ਟਰੱਕਸ ਹੈ, और ਜਾਂ ਜਨਰੇਟਰ ਹੈ, ਇਲੈਕਟ੍ਰਿਕ ਜਨਰੇਟਰ, ਉਹਨਾਂ ਦਾ ਇਸਤੇਮਾਲ ਕਰਦੇ ਹਾਂ। ਲਿਊਬਰੀਕੇਟਿੰਗ ਆਇਲ, ਲਿਊਬਰੀਕੇਸ਼ਨ ਵਾਸਤੇ, ਤਾਂ ਕਿ ਜਿਹੜੀਆਂ ਮਸ਼ੀਨਾਂ ਜਿਹੜੀਆਂ ਹਾਰਡ ਹੋ ਜਾਂਦੀਆਂ ਨੇ, ਪੁਰਜੇ ਉਹਨਾਂ ਦੇ ਚੱਲਦੇ ਨੇ ਕਈ ਵਾਰੀ, ਤਾਂ ਅਸੀਂ ਉਹਨਾਂ ਨੂੰ ਲਿਊਬਰੀਕੇਸ਼ਨ ਵਾਸਤੇ ਉਹਦਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਪੈਰਾਫਿਨ ਵੈਕਸ। ਇਹਦੀਆਂ ਆਪਾਂ ਕੈਂਡਲ, ਆਇੰਟਮੈਂਟ, ਵੈਸਲੀਨ, ਪੈਟਰੋਲੀਅਮ ਜੈਲੀ, ਜਿਹੜੀ ਤੁਸੀਂ ਵੈਸਲੀਨ ਯੂਜ਼ ਕਰਦੇ ਹੋ, ਤੁਸੀਂ ਪੜ੍ਹਿਓ ਉਹਦੇ ਉੱਤੇ ਲਿਖਿਆ ਹੁੰਦਾ ਹੈ ਪੈਟਰੋਲੀਅਮ ਜੈਲੀ। ਸੋ ਵੈਸਲੀਨ ਜਿਹੜੀ ਹੈ ਅਸੀਂ ਹੱਥਾਂ ਤੇ ਲਗਾਉਣ ਵਾਸਤੇ ਇਸਤੇਮਾਲ ਕਰਦੇ ਹਾਂ, ਤਾਂ ਉਹ ਵੀ ਕਿੱਥੋਂ ਬਣਦੀ ਹੈ? ਪੈਟਰੋਲੀਅਮ ਤੋਂ ਮਿਲਦੀ ਹੈ। ਬਿਟੂਮਨ। ਬਿਟੂਮਨ ਇੱਕ ਉਹਨਾਂ ਨੂੰ ਆਪਾਂ ਪੇਂਟ ਦੇ ਵਿੱਚ ਜਾਂ ਰੋਡ ਸਰਫੇਸਿੰਗ, ਰੋਡ ਬਣਾਉਣ ਵਾਸਤੇ, ਸੜਕਾਂ ਬਣਾਉਣ ਵਾਸਤੇ ਇਸਤੇਮਾਲ ਕਰਦੇ ਹਾਂ। CNG ਦਾ ਇੱਕ ਐਡਵਾਂਟੇਜਸ ਹੈ, ਇੱਕ ਫਾਇਦਾ ਹੈ, ਕਿਉਂਕਿ ਇਹ ਡਾਇਰੈਕਟਲੀ ਜਿਹੜਾ ਹੈ ਘਰਾਂ ਦੇ ਵਿੱਚ ਬਰਨ ਕਰ ਸਕਦੇ ਹਾਂ, ਫੈਕਟਰੀਜ਼ 'ਚ ਬਰਨ ਕਰ ਸਕਦੇ ਹਾਂ, ਔਰ ਇਹਨਾਂ ਦੀ ਜਿਹੜੀ ਸਪਲਾਈ ਹੈ ਪਾਈਪ ਰਾਹੀਂ ਹੋ ਸਕਦੀ ਹੈ। ਨੈਟਵਰਕ ਹੈ ਜਿਹੜਾ ਪਾਈਪਲਾਈਨ ਦਾ, ਉਹ ਗੁਜਰਾਤ, ਵਡੋਦਰਾ ਦੇ ਵਿੱਚ ਔਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਜਿਹੜੀ ਸਾਨੂੰ ਮਿਲ ਜਾਂਦੀ ਹੈ CNG ਗੈਸ। ਔਰ ਇਹਦਾ ਇਸਤੇਮਾਲ ਅਸੀਂ ਕੈਮੀਕਲ ਤੇ ਫਰਟੀਲਾਈਜ਼ਰ ਵਿੱਚ ਕਰਦੇ ਹਾਂ। ਇਹਨਾਂ ਦੇ ਜਿਹੜੇ ਸਾਨੂੰ ਆਪਣੀ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ ਕਿਸ ਜਗ੍ਹਾ ਤੇ ਮਿਲਦੇ ਨੇ? ਤ੍ਰਿਪੁਰਾ, ਰਾਜਸਥਾਨ, ਮਹਾਰਾਸ਼ਟਰ ਔਰ ਕ੍ਰਿਸ਼ਨਾ ਗੋਦਾਵਰੀ ਡੈਲਟਾ ਦੇ ਵਿੱਚ ਇਹਦਾ ਇਸਤੇਮਾਲ ਸਾਨੂੰ ਉੱਥੇ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਜੀ, ਸਮ ਨੈਚੁਰਲ ਰਿਸੋਰਸਿਸ ਆਰ ਲਿਮਿਟਿਡ। ਕਿਉਂਕਿ ਮੈਂ ਦੱਸਿਆ ਹੈ ਕਿ ਇਹਨਾਂ ਨੂੰ ਬਣਨ ਲਈ ਬਹੁਤ ਸਾਲ ਲੱਗਦੇ ਨੇ। ਫੋਸਲ ਫਿਊਲ ਨੂੰ ਸਾਨੂੰ ਇਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਬੇਟਾ ਜੀ ਇੱਕ ਫੁੱਲ ਫਾਰਮ ਆ ਜਾਂਦੀ ਹੈ ਕਿ PCR ਇਹਦਾ ਫੁੱਲ ਫਾਰਮ ਕੀ ਹੈ? ਇਹਦਾ ਨਾਮ ਹੈ ਜੀ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ। ਇਹ ਜਿਹੜੇ ਸਾਨੂੰ ਐਡਵਾਈਸ ਕਰਦੀ ਹੈ ਕਿ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਆਪਣੀਆਂ ਜਿਹੜੀਆਂ ਵਹੀਕਲਸ ਹੈ ਉਹਨਾਂ ਨੂੰ ਆਪਾਂ ਕੌਨਸਟੈਂਟ ਜਾਂ ਮੋਡਰੇਟ ਜਿਹੜੀ ਹੈ ਸਪੀਡ ਤੇ ਸਾਨੂੰ ਪੋਸੀਬਲ ਹੋਏ ਚਲਾਉਣਾ ਚਾਹੀਦਾ ਹੈ। ਔਰ ਅਗਰ ਟ੍ਰੈਫਿਕ ਲਾਈਟਸ ਆਉਂਦੀਆਂ ਨੇ, ਆਪਣੇ ਇੰਜਨ ਨੂੰ ਸਵਿਚ ਆਫ ਕਰ ਦੇਣਾ ਚਾਹੀਦਾ ਹੈ। ਔਰ ਜਿਹੜੇ ਤੁਹਾਡੇ ਟਾਇਰਸ ਦੀ ਜਿਹੜੇ ਆ ਪ੍ਰੈਸ਼ਰ ਹੈ, ਹਵਾ ਠੀਕ ਹੋਣੀ ਚਾਹੀਦੀ ਹੈ। ਇੰਸ਼ੋਰ ਕਰਨਾ ਹੈ ਕਿ ਜਿਹੜੇ ਰੈਗੂਲਰ ਮੇਨਟੇਨੈਂਸ ਜਿਹੜੀ ਆ ਆਪਾਂ ਵਹੀਕਲਸ ਦੀ ਕਰਾਉਂਦੇ ਰਹੀਏ। ਸੋ ਆਪਾਂ ਇਸ ਲੈਸਨ ਦੇ ਵਿੱਚ ਕੀ ਪੜ੍ਹਿਆ ਹੈ ਕਿ ਜਿਹੜੇ ਕੋਲ, ਪੈਟਰੋਲੀਅਮ ਤੇ ਨੈਚੁਰਲ ਗੈਸ ਨੇ, ਇਹਨੂੰ ਆਪਾਂ ਕੀ ਕਹਿੰਦੇ ਆ? ਫੋਸਲ ਫਿਊਲਸ। ਸੋ ਫੋਸਲ ਫਿਊਲਸ ਜਿਹੜੇ ਨੇ ਉਹ ਕਿਤੇ ਤੋਂ ਬਣਦੇ ਨੇ? ਡੈਡ ਰਿਮੇਨਸ ਲਿਵਿੰਗ ਆਰਗੇਨਿਜ਼ਮ ਤੋਂ। ਔਰ ਫੋਸਲ ਫਿਊਲ ਜਿਹੜੇ ਨੇ ਇਹ ਐਗਜ਼ੌਸਟੇਬਲ ਰਿਸੋਰਸ ਨੇ, ਜਿਸ ਤਰ੍ਹਾਂ ਕਿ ਕੋਲ, ਕੋਲ ਟਾਰ, ਕੋਲ ਗੈਸ। ਇਹ ਜਿਹੜੇ ਪ੍ਰੋਡਕਟਸ ਨੇ ਐਗਜ਼ੌਸਟੇਬਲਸ ਨੇ। ਔਰ ਇਹ ਸਾਨੂੰ ਕਿੱਥੋਂ ਮਿਲਦੇ ਨੇ? ਸਾਨੂੰ ਕੋਇਲੇ ਤੋਂ ਮਿਲਦੇ ਨੇ। ਤੇ ਪੈਟਰੋਲੀਅਮ ਤੋਂ ਸਾਨੂੰ ਕੀ ਮਿਲਦਾ ਹੈ? ਪੈਟਰੋਲੀਅਮ ਗੈਸ, ਪੈਟਰੋਲ, ਡੀਜ਼ਲ, ਕੈਰੋਸੀਨ, ਪੈਰਾਫਿਨ ਵੈਕਸ, ਇਹ ਸਾਨੂੰ ਪੈਟਰੋਲੀਅਮ ਦੀ ਰਿਫਾਈਨਿੰਗ ਕਰਨ ਤੇ ਮਿਲਦੇ ਨੇ। ਕੋਲ ਤੇ ਪੈਟਰੋਲੀਅਮ ਦੇ ਜਿਹੜੇ ਰਿਸੋਰਸ ਨੇ ਇਹ ਲਿਮਿਟਿਡ ਨੇ, ਔਰ ਸਾਨੂੰ ਇਸ ਨੂੰ ਸੰਜਮ ਦੇ ਨਾਲ ਜਿਹੜਾ ਹੈ ਵਰਤਣਾ ਚਾਹੀਦਾ ਹੈ। ਹਾਂਜੀ ਬੇਟਾ, ਆਪਾਂ ਹੁਣ ਕੁਐਸਚਨ ਆਂਸਰ ਡਿਸਕਸ ਕਰਾਂਗੇ। ਫਰਸਟ ਕੁਐਸਚਨ ਹੈ, what are the advantages of using CNG and LPG as a fuel? CNG ਔਰ LPG ਨੂੰ ਯੂਜ਼ ਕਰਨ ਦੇ ਕੀ ਫਾਇਦੇ ਹਨ? CNG ਦਾ ਪੂਰਾ ਨਾਮ ਹੈ ਬੇਟਾ ਜੀ ਕੰਪਰੈਸਡ ਨੈਚੁਰਲ ਗੈਸ। ਔਰ LPG ਦਾ ਪੂਰਾ ਨਾਮ ਹੈ ਜੀ ਲਿਕੁਇਫਾਈਡ ਪੈਟਰੋਲੀਅਮ ਗੈਸ। ਇਹ 1 ਮਾਰਕਸ ਕੁਐਸਚਨ ਵੀ ਆ ਸਕਦੇ ਨੇ। ਇਹਨਾਂ ਦੇ ਫਾਇਦੇ ਕੀ ਹਨ? ਨੰਬਰ 1, ਦੇ ਕੈਨ ਬੀ ਬਰਨ ਡਾਇਰੈਕਟਲੀ। ਇਹਨਾਂ ਨੂੰ ਅਸੀਂ ਸਿੱਧਾ ਹੀ ਜਲਾ ਲੈਂਦੇ ਹਾਂ, ਔਰ ਇਹਨਾਂ ਨੂੰ ਆਪਾਂ ਈਜ਼ਲੀ ਪਾਈਪਲਾਈਨ ਦੇ ਦੁਆਰਾ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹਨ। ਦੇ ਆਰ ਕਲੀਨ ਫਿਊਲਸ। ਕਿਉਂ ਕਹਿੰਦੇ ਇਹਨਾਂ ਨੂੰ ਕਲੀਨ ਫਿਊਲਸ? ਕਿਉਂਕਿ ਇਹ ਜਦੋਂ ਜਲਦੇ ਨੇ ਇਹ ਧੂਆਂ ਨਹੀਂ ਦਿੰਦੇ। ਨੰਬਰ 4, ਦੇ ਗਿਵ ਅ ਲੋਟ ਆਫ ਹੀਟ એનર્ਜੀ ਵੈਨ ਬਰਨ। ਜਦੋਂ ਇਹ ਜਲਦੇ ਹਨ ਔਰ ਇਹ ਬਹੁਤ ਜ਼ਿਆਦਾ ਹੀਟ ਦਿੰਦੇ ਹਨ। ਨੈਕਸਟ ਕੁਐਸਚਨ, ਨੇਮ ਦਾ ਪੈਟਰੋਲੀਅਮ ਪ੍ਰੋਡਕਟ ਯੂਜ਼ ਫॉर ਸਰਵਿਸਿੰਗ ਆਫ ਦਾ ਰੋਡ। ਕਿਹੜਾ ਪੈਟਰੋਲੀਅਮ ਪ੍ਰੋਡਕਟ ਹੈ ਜਿਹੜਾ ਕਿ ਆਪਾਂ ਰੋਡਸ ਬਣਾਉਣ ਵਾਸਤੇ ਇਸਤੇਮਾਲ ਕਰਦੇ ਹਾਂ? ਉਹਦਾ ਨਾਮ ਹੈ ਜੀ ਬਿਟੂਮਨ। ਇਹ ਇੱਕ ਪੈਟਰੋਲੀਅਮ ਪ੍ਰੋਡਕਟ ਹੈ। ਥਰਡ ਕੁਐਸਚਨ, ਹਾਊ ਕੋਲ ਇਜ਼ formed from dead vegetation? What is this process called? ਡੈਡ ਵੈਜੀਟੇਸ਼ਨ ਤੋਂ
ਕਿਸ ਤਰ੍ਹਾਂ ਕੋਇਲਾ ਬਣਦਾ ਹੈ ਔਰ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ। ਜਿਸ ਤਰ੍ਹਾਂ ਪਹਿਲੇ ਪੜਿਆ ਹੈ ਕਿ ਬਹੁਤ ਸਾਲ ਪਹਿਲਾਂ ਮਿਲੀਅਨ ਆਫ ਇਅਰਸ ਜਿਹੜੇ ਸੀਗੇ ਜੰਗਲ ਸੀਗੇ ਉਹ ਸੋਇਲ ਦੇ ਵਿੱਚ ਬਰੀਡ ਹੋ ਗਏ ਦਬ ਕੇ, ਕਿਹਦੇ ਕਰਕੇ? ਡਿਊ ਟੂ ਨੈਚੁਰਲ ਪ੍ਰੋਸੈਸ, ਜਿਸ ਤਰ੍ਹਾਂ ਕਿ ਤੂਫਾਨ, ਫਲੱਡ, ਅਰਥਕੁਏਕ ਆਉਣ ਦੇ ਕਾਰਨ ਉਹ ਸਾਰੇ ਜਿਹੜੇ ਪਲਾਂਟ ਸੀਗੇ ਉਹ ਦਬ ਗਏ, ਜੰਗਲ ਦਬ ਗਏ ਔਰ ਉਹ ਸੁੰਗੜ ਕੰਪਰੈਸ ਹੁੰਦੇ ਗਏ, ਦਬਦੇ ਗਏ ਔਰ ਉਹਦੇ ਤੇ ਬਹੁਤ ਸਾਰੀ ਜਿਹੜੀ ਸੋਇਲ ਹੈ ਡਿਪੋਜ਼ਿਟ ਹੋ ਗਈ। ਜਦੋਂ ਇਹ ਸੋਇਲ ਦੇ ਵਿੱਚ ਬਹੁਤ ਡੀਪ ਦੇ ਵਿੱਚ ਚਲੇ ਗਏ ਅੰਡਰ ਹਾਈ ਪ੍ਰੈਸ਼ਰ ਔਰ ਟੈਂਪਰੇਚਰ ਦੇ ਨਾਲ, ਇਹ ਕਿਹਦੇ ਚ ਕਨਵਰਟ ਹੋ ਗਏ? ਕੋਇਲੇ ਦੇ ਵਿੱਚ ਕਨਵਰਟ ਹੋ ਗਏ ਔਰ ਇਸ ਫਾਰਮੇਸ਼ਨ ਨੂੰ ਬੇਟਾ ਜੀ ਆਪਾਂ ਕੀ ਕਹਿੰਦੇ ਆ? ਕਾਰਬਨਾਈਜੇਸ਼ਨ। ਨੈਕਸਟ ਹੈ ਫਿਲ ਇਨ ਦਾ ਬਲੈਂਕ। ਫੋਸਲ ਫਿਊਲ ਆ ਡੈਸ਼ ਡੈਸ਼ ਐਂਡ ਡੈਸ਼। ਕੀ ਪੜਿਆ ਆਪਾਂ? ਕੋਲ ਪੜਿਆ ਹੈ, ਪੈਟਰੋਲੀਅਮ ਪੜਿਆ ਹੈ, ਨੈਚੁਰਲ ਗੈਸ। Second, process of separation of different constituent from petroleum is called। ਜਿਹੜੇ different constituent ਪੈਟਰੋਲੀਅਮ ਤੋਂ ਬਣਦੇ ਹਨ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਬਣਦੇ ਨੇ? ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ? ਉਸ ਨੂੰ ਆਪਾਂ ਕਹਿੰਦੇ ਆ ਰਿਫਾਈਨਿੰਗ। Third ਹੈ least polluting fuel for vehicle is। ਸਭ ਤੋਂ ਘੱਟ ਪੋਲਿਊਟ ਕਰਨ ਵਾਲਾ, ਜਿਹੜਾ ਪੋਲਿਊਸ਼ਨ ਘੱਟ ਫੈਲਾਉਣ ਵਾਲਾ ਕਿਹੜਾ ਵਹੀਕਲ ਹੈ? ਉਸਦਾ ਨਾਮ ਹੈ ਜੀ CNG, compressed natural gas। True, false। Fossil fuels can be made in the laboratory। Fossil fuel ਕੀ ਅਸੀਂ ਲੈਬੋਰਟਰੀ ਚ ਬਣਾ ਸਕਦੇ ਹਾਂ? ਨਹੀਂ ਬੇਟਾ ਜੀ, ਇਹ ਨੈਚੁਰਲ ਨੇ, ਇਹ ਲੈਬੋਰਟਰੀ ਚ ਨਹੀਂ ਬਣਾ ਸਕਦੇ। ਸੋ ਇਹਦਾ ਆਂਸਰ ਕੀ ਆ ਜਾਏਗਾ? false। CNG is more polluting fuel than petrol। CNG ਪੈਟਰੋਲ ਤੋਂ ਜ਼ਿਆਦਾ ਪੋਲਿਊਸ਼ਨ ਕਰਦਾ ਹੈ। false। ਅਸੀਂ ਪੜਿਆ ਹੈ ਕਿ CNG ਤੇ LPG ਜਿਹੜੇ ਨੇ ਕਲੀਨ ਫਿਊਲ ਨੇ। ਨੈਕਸਟ, ਕੋਕ is almost pure form of ਕਾਰਬਨ। ਯੈਸ, ਅਸੀਂ ਪੜਿਆ ਹੈ ਕਿ ਕਾਰਬਨ ਦੀ ਜਿਹੜੀ ਪਿਓਰ ਫਾਰਮ ਹੈ ਉਸਨੂੰ ਆਪਾਂ ਕੀ ਕਹਿੰਦੇ ਆ? ਕੋਕ ਕਹਿੰਦੇ ਹਾਂ। ਨੈਕਸਟ, ਕੋਲ ਟਾਰ is mixture of various substances। ਟਰੂ। ਆਪਾਂ ਪੜਿਆ ਕਿ ਕੋਲ ਟਾਰ ਘੱਟੋ ਘੱਟ 200 ਸਬਸਟੈਂਸਿਸ ਦੇ ਨਾਲ ਮਿਲ ਕੇ ਬਣਿਆ ਹੈ। ਨੈਕਸਟ, ਕੈਰੋਸੀਨ is not a fossil fuel। false। ਕੈਰੋਸੀਨ ਜਿਹੜਾ ਹੈ ਉਹ ਆਪਾਂ ਪੈਟਰੋਲੀਅਮ ਦੀ ਰਿਫਾਈਨਿੰਗ ਤੋਂ ਬਣਾਇਆ ਹੈ। ਨੈਕਸਟ ਹੈ ਵਾਈ ਫੋਸਲ ਫਿਊਲਸ ਆਰ ਐਗਜ਼ੌਸਟਿਬਲ ਨੈਚੁਰਲ ਰਿਸੋਰਸ। ਕਿਉਂ ਅਸੀਂ ਫੋਸਲ ਫਿਊਲਸ ਨੂੰ ਐਗਜ਼ੌਸਟਿਬਲ ਨੈਚੁਰਲ ਰਿਸੋਰਸ ਕਹਿੰਦੇ ਹਾਂ? ਕਿਉਂਕਿ ਬੱਚੋ ਫੋਸਲ ਫਿਊਲਸ ਨੂੰ ਬਣਨ ਵਾਸਤੇ ਕਰੋੜਾਂ ਸਾਲ, ਮਿਲੀਅਨ ਆਫ ਈਅਰਸ ਲੱਗ ਜਾਂਦੇ ਨੇ। ਇਸ ਕਰਕੇ ਇਹ ਜਿਹੜੇ ਫੋਸਲ ਫਿਊਲਸ ਨੇ ਲਿਮਿਟਿਡ ਨੇ, ਅਸੀਂ ਇਹਨਾਂ ਨੂੰ ਲੈਬੋਰਟਰੀ ਵਿੱਚ ਨਹੀਂ ਬਣਾ ਸਕਦੇ ਤੇ ਅਗਰ ਅਸੀਂ ਇਸਨੂੰ ਖਤਮ ਯੂਜ਼ ਕਰਦੇ ਰਹੇ ਤਾਂ ਇਹ ਜਲਦੀ ਹੀ ਖਤਮ ਹੋ ਜਾਣਗੇ। ਇਸ ਕਰਕੇ ਇਸ ਨੂੰ ਕੀ ਕਹਿੰਦੇ ਹਾਂ? ਐਗਜ਼ੌਸਟਿਬਲ ਨੈਚੁਰਲ ਰਿਸੋਰਸਿਸ। ਨੈਕਸਟ ਹੈ ਡਿਸਕ੍ਰਾਈਬ ਕਰੈਕਟਰਿਸਟਿਕਸ ਐਂਡ ਯੂਜ਼ਸ ਆਫ ਕੋਕ। ਯੂਜ਼ਸ ਕੀ ਨੇ ਕੋਕ ਦੇ? ਆਪਾਂ ਪੜਿਆ ਹੈ ਕਿ ਜਿਹੜਾ ਕੋਕ ਹੈ ਟਫ ਹੈ, ਪੋਰਸ ਹੈ, ਬਲੈਕ ਇਨ ਕਲਰ ਹੈ ਔਰ ਇਹਦੇ ਯੂਜ਼ਸ ਕੀ ਨੇ? ਅਸੀਂ ਇਸਨੂੰ ਸਟੀਲ ਦੇ ਵਿੱਚ ਬਣਾਉਣ 'ਚ ਇਸਤੇਮਾਲ ਕਰਦੇ ਹਾਂ ਔਰ ਐਕਸਟ੍ਰੈਕਸ਼ਨ ਜਿਹੜੀਆਂ ਹੈ ਮੈਟਲ ਦੀਆਂ ਐਕਸਟ੍ਰੈਕਸ਼ਨ ਕਰਨ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਐਕਸਪਲੇਨ ਦਾ ਪ੍ਰੋਸੈਸ ਆਫ ਫਾਰਮੇਸ਼ਨ ਆਫ ਪੈਟਰੋਲੀਅਮ। ਪੈਟਰੋਲੀਅਮ ਦੀ ਜਿਹੜੀ ਫਾਰਮੇਸ਼ਨ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ? ਪੈਟਰੋਲੀਅਮ ਜਿਹੜਾ ਹੈ ਸਾਨੂੰ ਡੈਡ ਆਰਗੇਨਿਜ਼ਮ ਤੋਂ ਮਿਲਦਾ ਹੈ ਔਰ ਇਹ ਜਦੋਂ ਡੈਡ ਬੋਡੀਜ਼ ਜਿਹੜੀਆਂ ਨੇ ਕਵਰ ਹੁੰਦੀਆਂ ਜਾਂਦੀਆਂ ਨੇ ਸੈਂਡ ਤੇ ਸੋਇਲ ਦੇ ਨਾਲ, ਸਮੁੰਦਰ ਦੇ ਵਿੱਚ ਜਿਹੜੇ ਜੀਵ ਰਹਿੰਦੇ ਨੇ ਉਹ ਜਦੋਂ ਮਰ ਜਾਂਦੇ ਨੇ ਤੇ ਦਬਦੇ ਜਾਂਦੇ ਨੇ, ਉਹਨਾਂ ਤੇ ਮਿੱਟੀ ਦੀ ਜਿਹੜੀਆਂ ਲੇਅਰਸ ਆ ਜੰਮਦੀਆਂ ਜਾਂਦੀਆਂ ਨੇ। ਫਿਰ ਹਾਈ ਪ੍ਰੈਸ਼ਰ ਤੇ ਟੈਂਪਰੇਚਰ ਦੇ ਕਾਰਨ ਜਿਹੜੇ ਡੈਡ ਆਰਗੇਨਿਜ਼ਮ ਨੇ ਕਿਹਦੇ ਚ ਕਨਵਰਟ ਹੋ ਜਾਂਦੇ ਨੇ? ਪੈਟਰੋਲੀਅਮ ਤੇ ਨੈਚੁਰਲ ਗੈਸ ਦੇ ਵਿੱਚ। ਇਹ ਇੱਕ ਟੇਬਲ ਦਿੱਤਾ ਹੋਇਆ ਹੈ ਟੋਟਲ ਪਾਵਰ ਸ਼ਾਰਟੇਜ ਇੰਡੀਆ ਦਾ ਔਰ ਇਹਦਾ ਅਸੀਂ ਜਿਹੜਾ ਹੈ ਗ੍ਰਾਫ ਡਰਾ ਕਰਨਾ ਹੈ। ਉਹ ਇਸ ਤਰੀਕੇ ਦਾ ਬੇਟਾ ਜੀ ਗ੍ਰਾਫ ਜਿਹੜਾ ਹੈ ਇਹ ਬਣ ਜਾਏਗਾ। ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਲੈਸਨ ਹੈ ਉਹ ਖਤਮ ਹੁੰਦਾ ਹੈ। ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਥੈਂਕ ਯੂ।